च तैनू जे चैन नहीं लगदा, दुनिया च तैनू जे चैन नहीं लगदा। यीशु कोल आवीं ते चंगा है, दुनिया च तैनू जे चैन नहीं लगदा। पापा दे हनेरियां च किथे लंघा जाना है, उच्चे नीवें थावां विच खेडे पिया खाना है। पापा दे हनेरियां च किथे लंघा जाना है, उच्चे नीवें थावां विच खेडे पिया खाना है। तेरा जेड़ा पार चुके तैनू नहीं लगदा, तेरा जेड़ा पार चुके तैनू नहीं लगदा। यीशु कोल आवें ते चंगा है, दुनिया च तैनू जे चैन नहीं लगदा। प्रेज द लॉर्ड एवरीवन। मैं पास्टर कुलभूषण जौहर एशियन चर्च ऑफ क्राइस्ट वैंकूवर BC ਤੋਂ ਪ੍ਰੋਗਰਾਮ ਨਵੀਂ ਜ਼ਿੰਦਗੀ ਦੇ ਵੱਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਮੈਂ ਉਮੀਦ ਕਰਦਾ ਤੁਸੀਂ ਸਾਰੇ ਚੰਗੇ ਹੋਵੋਗੇ, ਤੰਦਰੁਸਤ ਹੋਵੋਗੇ ਤੇ ਪਰਮੇਸ਼ਰ ਦੇ ਕਲਾਮ ਦੇ ਵਿੱਚ ਵੱਧ ਰਹੇ ਹੋਵੋਗੇ। ਆਓ ਹਰ ਵਾਰ ਦੀ ਤਰ੍ਹਾਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਸਿੱਖਣ ਤੋਂ ਪਹਿਲਾਂ, ਵਚਨ ਨੂੰ ਪੜ੍ਹਨ ਤੋਂ ਪਹਿਲਾਂ ਆਓ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ, ਆਪਣੇ ਸਿਰਾਂ ਨੂੰ ਝੁਕਾਵਾਂਗੇ। ਆਓ ਅਸੀਂ ਪ੍ਰਾਰਥਨਾ ਕਰਾਂਗੇ। ਸਰਵ ਸ਼ਕਤੀਮਾਨ ਪਰਮੇਸ਼ਰ ਯਿਸੂ ਮਸੀਹ ਨਾਸਰੀ, ਧੰਨਵਾਦ ਕਰਦੇ ਹਾਂ ਤੁਸੀਂ ਦਇਆ ਕਰਨ ਵਾਲੇ ਪਰਮੇਸ਼ਰ ਹੋ। ਤੁਸੀਂ ਪ੍ਰਾਰਥਨਾ ਨੂੰ ਸੁਣਦੇ ਹੋ। ਇਸ ਵਕਤ ਸਾਨੂੰ ਇਹ ਮੌਕਾ ਦਿੱਤਾ ਤੁਹਾਡੀ ਹਜ਼ੂਰੀ 'ਚ ਬੈਠ ਸਕੀਏ, ਪ੍ਰਾਰਥਨਾ ਕਰ ਸਕੀਏ, ਵਚਨ 'ਚੋਂ ਸਿੱਖ ਸਕੀਏ। ਖੁਦਾਵੰਦ ਹੋਣ ਦਿਓ ਕਿ ਅੱਜ ਜਦੋਂ ਤੁਹਾਡੇ ਕਲਾਮ ਨੂੰ ਅਸੀਂ ਸੁਣੀਏ, ਇਹ ਵਚਨ ਹਰ ਇੱਕ ਦੀ ਜ਼ਿੰਦਗੀ ਨੂੰ ਨਵੀਂ ਜ਼ਿੰਦਗੀ ਦੇ ਨਾਲ ਜੋੜ ਦੇਣ। ਕੋਈ ਅੰਧਕਾਰ ਦੀ ਸ਼ਕਤੀ ਇਹਨਾਂ ਵਚਨਾਂ ਦੇ ਫਲਾਂ ਨੂੰ ਚੋਰੀ ਨਾ ਕਰ ਸਕੇ। ਖੁਦਾਵੰਦ ਸੁਣਨ ਵਾਲੇ, ਦੇਖਣ ਵਾਲੇ, ਆਪਣੇ ਹਰ ਇੱਕ ਭਰਾ ਭੈਣ, ਬੱਚੇ ਬਜ਼ੁਰਗ ਤੇ ਮੈਂ ਤੁਹਾਡੀ ਦਇਆ, ਤੁਹਾਡੀ ਆਸ਼ੀਸ਼ ਨੂੰ ਮੰਗਦਾ। ਅੱਜ ਦੇ ਵਚਨਾਂ ਨੂੰ ਸੁਣਦੇ ਸੁਣਦੇ ਖੁਦਾਵੰਦ ਇਹਨਾਂ ਦੀ ਜ਼ਿੰਦਗੀਆਂ ਚੇਂਜ ਹੋ ਜਾਣ ਤੇ ਪਾਪ ਦੀ ਖੁਦਾਵੰਦ ਉਸ ਪਕੜ ਤੋਂ ਛੁੱਟ ਜਾਣ। ਤੁਸੀਂ ਮਦਦ ਕਰਨਾ ਤੇ ਸਹਾਇਤਾ ਕਰਨਾ। ਯੀਸ਼ੂ ਮਸੀਹ ਦੇ ਸਾਮਰਥੀ ਨਾਮ ਤੁਸੀਂ ਮੰਗਦੇ ਹਾਂ, ਆਮੀਨ ਆਮੀਨ ਹਾਲੇਲੂਇਆ। ਮੈਂ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਪ੍ਰਭੂ ਯੀਸ਼ੂ ਮਸੀਹ ਦੀ ਹਜ਼ੂਰੀ ਦੇ ਵਿੱਚ। ਅੱਜ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਸਿਨ ਦੇ ਬਾਰੇ, ਪਾਪ ਦੇ ਬਾਰੇ। ਅਸੀਂ ਬਹੁਤ ਚੀਜ਼ਾਂ ਨੂੰ ਸੁਣਿਆ ਪਾਪ ਦੇ ਬਾਰੇ ਕਿ ਪਾਪ ਕੀ ਹੈ, ਪਾਪ ਕਿਸ ਤਰ੍ਹਾਂ ਲਾਈਫ 'ਚ ਕੰਮ ਕਰਦਾ ਹੈ। ਅੱਜ ਮੈਂ ਤੁਹਾਨੂੰ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਦੱਸਾਂਗਾ ਕਿ ਇਹ ਪਾਪ ਲਾਈਫ ਦੇ ਵਿੱਚ ਕਿਸ ਤਰ੍ਹਾਂ ਆਉਂਦਾ ਹੈ, ਕਿਸ ਤਰ੍ਹਾਂ ਲਾਈਫ ਦੇ ਵਿੱਚ ਆ ਕੇ ਆਪਣੀ ਪਕੜ ਨੂੰ ਬਣਾਉਂਦਾ ਤੇ ਕਿਸ ਤਰ੍ਹਾਂ ਇਹ ਇੱਕ ਇਨਸਾਨ ਨੂੰ ਕੰਟਰੋਲ ਕਰਕੇ ਉਹਦੇ ਉੱਤੇ ਰਾਜ ਕਰਦਾ। ਮੇਰੇ ਪਿਆਰਿਓ, ਅੱਜ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਪਾਪ ਦੇ ਵਿੱਚ ਨੇ। ਉਹਨਾਂ ਨੂੰ ਪਤਾ ਕਿ ਅਸੀਂ ਆਪਣੀ ਲਾਈਫ ਪਾਪ ਦੇ ਵਿੱਚ ਜੀ ਰਹੇ ਹਾਂ, ਪਰ ਉਹਨਾਂ ਦੇ ਉੱਤੇ ਕੋਈ ਕੰਟਰੋਲ ਨਹੀਂ। ਉਹ ਨਾ ਚਾਹੁੰਦੇ ਹੋਏ ਵੀ ਉਹਨੂੰ ਫੇਰ ਤੋਂ ਕਰਦੇ ਨੇ, ਨਾ ਚਾਹੁੰਦੇ ਹੋਏ ਵੀ ਉਹਦੀ ਪ੍ਰਭੂਤਾ ਦੇ ਥੱਲੇ ਫਸੇ ਹੋਏ ਨੇ। ਮੇਰੇ ਪਿਆਰਿਓ, ਅੱਜ ਮੈਂ ਤੁਹਾਨੂੰ ਦੱਸਾਂਗਾ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਕਿ ਕੀ ਉਹ ਵਜ੍ਹਾ ਹੈ ਕਿ ਇੱਕ ਇਨਸਾਨ ਪਾਪ ਦੇ ਵਿੱਚ ਫਸ ਜਾਂਦਾ ਹੈ, ਕੀ ਉਹ ਵਜ੍ਹਾ ਹੈ ਕਿ ਇਨਸਾਨ ਪਾਪ ਨੂੰ ਨਾ ਨਹੀਂ ਕਰ ਸਕਦਾ, ਤੇ ਕਿਸ ਤਰ੍ਹਾਂ ਅਸੀਂ ਉਸ ਸਮੇਂ ਜਦੋਂ ਪਾਪ ਇੱਕ ਇਨਸਾਨ ਦੇ ਉੱਤੇ ਹਾਵੀ ਹੋਣਾ ਚਾਹੁੰਦਾ, ਕਿਸ ਤਰ੍ਹਾਂ ਅਸੀਂ ਉਹਦੇ ਤੋਂ ਬਚ ਸਕਦੇ ਹਾਂ ਤੇ ਸਾਡੀ ਲਾਈਫ ਨੂੰ ਜੋ ਅਸੀਂ ਸੇਫ ਕਰ ਸਕਦੇ ਹਾਂ। ਹਾਲੇਲੂਇਆ। ਆਓ ਅਸੀਂ ਦੇਖਦੇ ਹਾਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਦੂਸਰਾ ਸ਼ੈਮੂਅਲ ਉਹਦਾ 11 ਅਧਿਆਇ, ਉਹਦੀਆਂ ਕੁਝ ਆਇਤਾਂ ਨੂੰ ਮੈਂ ਤੁਹਾਡੇ ਲਈ ਪੜ੍ਹਾਂਗਾ। ਇਹਦੇ 'ਚ ਮੈਂ ਤੁਹਾਨੂੰ ਫਰਕ ਤਰੀਕਿਆਂ ਨਾਲ ਦੱਸਾਂਗਾ ਕਿ ਕਿਸ ਤਰ੍ਹਾਂ ਟਾਈਮ ਦੇ ਉੱਤੇ ਕਿੱਦਾਂ ਜੇ ਪਾਪ ਨੂੰ ਮਨਾ ਨਾ ਕੀਤਾ ਜਾਵੇ ਤਾਂ ਉਹ ਕਿੱਦਾਂ ਲਾਈਫ ਦੇ ਉੱਤੇ ਹਾਵੀ ਹੋ ਜਾਂਦਾ। ਅਸੀਂ ਦੇਖਾਂਗੇ 11 ਅਧਿਆਇ ਉੱਤੇ ਲਿਖਿਆ, ਅਗਲੇ ਸਾਲ ਬਸੰਤ ਦੀ ਰਿਤੂ ਜਦੋਂ ਆਮ ਕਰਕੇ ਰਾਜਾ ਲੋਕ ਲੜਾਈ ਲਈ ਨਿਕਲਦੇ ਹਨ ਤਾਂ ਦਾਊਦ ਨੇ ਯੋਆਬ ਅਤੇ ਆਪਣੀ ਸਾਰੀ ਸੈਨਾ ਨੂੰ ਅਮੋਨੀਆ ਨਾਲ ਲੜਨ ਲਈ ਘੱਲਿਆ। ਇਜ਼ਰਾਈਲੀ ਸੈਨਾ ਨੇ ਜਾ ਕੇ ਅਮੋਨੀਆ ਨੂੰ ਨਾਸ਼ ਕਰ ਦਿੱਤਾ ਅਤੇ ਉਹਨਾਂ ਦੇ ਸ਼ਹਿਰ ਰੁਬਾਹ ਉੱਤੇ ਕਬਜ਼ਾ ਕਰ ਲਿਆ। ਇਸ ਸਮੇਂ ਦਾਊਦ ਯਰੂਸ਼ਲਮ ਵਿੱਚ ਹੀ ਸੀ। ਇੱਕ ਦਿਨ ਦਾਊਦ ਰਾਜਾ ਆਪਣੀ ਬੈਠਕ ਵਿੱਚ
ਉੱਠ ਕੇ ਆਪਣੇ ਮਹਿਲ ਦੀ ਛੱਤ ਉੱਤੇ ਫਿਰਨ ਲੱਗਾ। ਹਾਲੇਲੂਇਆ। ਮੇਰੇ ਪਿਆਰਿਓ, ਬਾਈਬਲ ਦੱਸਦੀ ਹੈ ਕਿ ਦਾਊਦ ਰਾਜਾ, ਜਦੋਂ ਇੱਕ ਟਾਈਮ ਹੁੰਦਾ ਸੀ, ਪੁਰਾਣੇ ਨਿਯਮ 'ਚ ਅਸੀਂ ਪੜ੍ਹਦੇ ਹਾਂ, ਜਦੋਂ ਫਿਜ਼ੀਕਲੀ ਲੜਾਈਆਂ ਹੁੰਦੀਆਂ ਸੀ, ਉਸ ਟਾਈਮ ਦਾਊਦ ਰਾਜਾ ਨੂੰ ਲੜਾਈ ਦੇ ਵਿੱਚ ਹੋਣਾ ਲਾਜ਼ਮੀ ਸੀ। ਉਸ ਟਾਈਮ ਤੇ ਇੱਕ ਰਾਜਾ ਦਾ ਇੱਕ ਲੜਾਈ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੁੰਦਾ ਸੀ। ਜੇਕਰ ਰਾਜਾ ਲੜਾਈ ਦੇ ਵਿੱਚ ਮਰ ਜਾਂਦਾ ਸੀ ਤਾਂ ਡਜ਼ਨਟ ਮੈਟਰ ਕਿ ਸੈਨਾ ਦੇ ਪਿੱਛੇ ਕਿੰਨੇ ਲੋਕ ਨੇ, ਉਹ ਵਿਕਟਰੀ ਗਿਣੀ ਜਾਂਦੀ ਸੀ। ਇਹਦਾ ਮਤਲਬ ਰਾਜੇ ਦਾ ਉਸ ਲੜਾਈ ਦੇ ਵਿੱਚ ਹੋਣਾ ਬਹੁਤ ਇੰਪੋਰਟੈਂਟ ਹੁੰਦਾ ਸੀ। ਪਰ ਬਾਈਬਲ ਕਹਿੰਦੀ ਕਿ ਦਾਊਦ ਦੀ ਲਾਈਫ ਦੇ ਵਿੱਚ ਇੱਕ ਅਜਿਹਾ ਸਮਾਂ ਆ ਗਿਆ ਸੀ ਕਿ ਉਹਨੂੰ ਲੜਾਈ 'ਚ ਜਾਣਾ ਵੀ ਨਹੀਂ ਪੈਂਦਾ ਸੀ ਤੇ ਲੋਕ ਲੜਾਈ ਉਹਦੇ ਜਿੱਤ ਜਾਂਦੇ ਸੀ। ਇਹਦਾ ਮਤਲਬ ਉਹ ਆਪਣੀ ਬਲੈਸਿੰਗ ਦੇ ਉਸ ਪੀਕ ਦੇ ਉੱਤੇ ਸੀ ਕਿ ਹੁਣ ਉਹਨੂੰ ਲੜਾਈ ਕਰਨ ਦੀ ਵੀ ਲੋੜ ਨਹੀਂ ਪੈਂਦੀ ਸੀ ਤੇ ਉਹ ਆਪਣੀ ਸੈਨਾ ਨੂੰ ਜਿੱਤਿਆ ਹੋਇਆ ਦੇਖਦਾ ਸੀ ਤੇ ਉਹਦੀ ਸੈਨਾ ਲੜਾਈ ਨੂੰ ਜਿੱਤ ਜਾਂਦੀ ਸੀ ਬੜੀ ਆਸਾਨੀ ਦੇ ਨਾਲ। ਬਾਈਬਲ ਕਹਿੰਦੀ ਹੈ ਜਦੋਂ ਉਹਦੀ ਲਾਈਫ ਤੇ ਸਭ ਤੋਂ ਉੱਤੇ ਪੀਕ ਤੇ ਬਲੈਸਡ ਟਾਈਮ ਸੀ, ਉਸ ਟਾਈਮ ਤੇ ਉਹ ਲੜਾਈ 'ਚ ਤਾਂ ਨਹੀਂ ਗਿਆ ਤੇ ਉਹ ਜਿੱਤਦਾ ਵੀ ਸੀ, ਪਰ ਜਦੋਂ ਉਹ ਲੜਾਈ 'ਚ ਨਹੀਂ ਗਿਆ ਤਾਂ ਉਸ ਟਾਈਮ ਤੇ ਉਹਨੇ ਕੀ ਕੀਤਾ, ਇਹ ਉਹਦੀ ਲਾਈਫ ਦਾ ਟਰਨਿੰਗ ਪੁਆਇੰਟ ਸੀ। ਮੇਰੇ ਪਿਆਰਿਓ, ਬਾਈਬਲ ਦੱਸਦੀ ਹੈ ਕਿ ਜਿਸ ਟਾਈਮ ਉਹਨੂੰ ਲੜਾਈ ਤੇ ਹੋਣਾ ਚਾਹੀਦਾ ਸੀ, ਉਹ ਲੜਾਈ 'ਚ ਨਹੀਂ ਸੀ। ਕਿੱਥੇ ਸੀ ਉਹ? ਅਸੀਂ ਦੇਖਾਂਗੇ 2 ਆਇਤ ਤੋਂ ਲਿਖਿਆ, ਇੱਕ ਦਿਨ ਦਾਊਦ ਰਾਜਾ ਆਪਣੀ ਬੈਠਕ ਵਿੱਚ ਉੱਠ ਕੇ ਆਪਣੇ ਮਹਿਲ ਦੀ ਛੱਤ ਉੱਤੇ ਫਿਰਨ ਲੱਗਾ ਤਾਂ ਉਸ ਨੇ ਗਵਾਂਢ ਦੇ ਘਰ ਵਿੱਚ ਇੱਕ ਔਰਤ ਨੂੰ ਨਹਾਉਂਦਿਆਂ ਦੇਖਿਆ ਜੋ ਬਹੁਤ ਸੁੰਦਰ ਸੀ। ਦਾਊਦ ਨੇ ਤੁਰੰਤ ਉਸ ਔਰਤ ਬਾਰੇ ਜਾਣਨ ਲਈ ਆਪਣੇ ਸੇਵਕ ਘੱਲੇ, ਜਿਨ੍ਹਾਂ ਨੇ ਪਤਾ ਕਰਨ ਦੇ ਪਿੱਛੋਂ ਆ ਕੇ ਦੱਸਿਆ ਕਿ ਅਲਿਆਮ ਦੀ ਧੀ ਬਤਸ਼ਬਾ ਹੈ, ਜਿਸ ਦਾ ਪਤੀ ਹਿੱਤੀ ਊਰੀਆ ਹੈ। ਜਦ ਦਾਊਦ ਨੇ ਸੰਦੇਸ਼ਵਾਹਕ ਘੱਲ ਕੇ ਬਤਸ਼ਬਾ ਨੂੰ ਆਪਣੇ ਕੋਲ ਬੁਲਾ ਕੇ ਉਸ ਨਾਲ ਸੰਗ ਕੀਤਾ। ਹਾਲੇਲੂਇਆ। ਮੇਰੇ ਪਿਆਰਿਓ, ਬਾਈਬਲ ਦੱਸਦੀ ਹੈ ਉਹ ਟਾਈਮ ਜਦੋਂ ਦਾਊਦ ਨੂੰ ਲੜਾਈ ਦੇ ਵਿੱਚ ਹੋਣਾ ਚਾਹੀਦਾ ਸੀ, ਉਹ ਟਾਈਮ ਜਦੋਂ ਉਹਨੂੰ ਆਪਣੇ ਲੋਕਾਂ ਦੀ ਪ੍ਰੋਟੈਕਸ਼ਨ ਵਿੱਚ ਹੋਣਾ ਚਾਹੀਦਾ ਸੀ, ਪਰਮੇਸ਼ਰ ਨੇ ਇੰਨਾ ਬਲੈਸ ਕੀਤਾ ਕਿ ਉਹਨੂੰ ਲੜਾਈ 'ਚ ਜਾਣ ਦੀ ਲੋੜ ਨਹੀਂ ਸੀ। ਪਰ ਉਸ ਟਾਈਮ ਤੇ ਉਹਨੂੰ ਕੀ ਕਰਨਾ ਚਾਹੀਦਾ ਸੀ? ਉਹਨੂੰ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਸੀ। ਉਸ ਟਾਈਮ ਉਹਨੂੰ ਫਿਜ਼ੀਕਲੀ ਲੜਾਈ 'ਚ ਜੇ ਪਰਮੇਸ਼ਰ ਨੇ ਜਾਣ ਤੋਂ ਉਹਨੂੰ ਇੰਨੀ ਬਲੈਸਿੰਗ ਦੇ ਦਿੱਤੀ ਸੀ ਕਿ ਉਹ ਨਾ ਜਾਵੇ, ਤਾਂ ਉਹਨੂੰ ਆਤਮਿਕ ਲੜਾਈ ਦੇ ਬਾਰੇ ਪਤਾ ਹੋਣਾ ਚਾਹੀਦਾ ਸੀ, ਉਹ ਪ੍ਰਾਰਥਨਾ 'ਚ ਹੋਣਾ ਚਾਹੀਦਾ ਸੀ। ਪਰ ਬਾਈਬਲ ਕਹਿੰਦੀ ਉਹ ਇੰਨਾ ਰਿਲੈਕਸ ਹੋ ਗਿਆ ਆਪਣੀਆਂ ਬਲੈਸਿੰਗਸ ਦੇ ਵਿੱਚ ਕਿ ਉਹਨੇ ਆਪਣੀ ਛੱਤ ਦੇ ਉੱਤੇ ਜਾ ਕੇ ਆਪਣੇ ਗਵਾਂਢ ਦੇ ਵਿੱਚ ਇੱਕ ਔਰਤ ਨੂੰ ਦੇਖਿਆ ਜੋ ਕਿ ਉਹਨੂੰ ਚੰਗੀ ਲੱਗੀ। ਬਾਅਦ 'ਚ ਉਹਨੇ ਉਹਦੇ ਨਾਲ ਗਲਤ ਕੰਮ ਕੀਤਾ। ਉਹ ਚੀਜ਼ ਉਹਦੀ ਲਾਈਫ ਦਾ ਟਰਨਿੰਗ ਪੁਆਇੰਟ ਬਣ ਗਈ। ਉਹ ਪਾਪ ਉਹਦੀ ਲਾਈਫ ਦਾ ਟਰਨਿੰਗ ਪੁਆਇੰਟ ਬਣ ਗਿਆ। ਬਾਈਬਲ ਕਹਿੰਦੀ ਹੈ ਕਿ ਪਰਮੇਸ਼ਵਰ ਨੇ ਇਸ ਪਾਪ ਤੋਂ ਜਦੋਂ ਦੇਖਿਆ ਉਹ ਬਹੁਤ ਨਾਰਾਜ਼ ਹੋਇਆ, ਬਹੁਤ ਨਾਰਾਜ਼ ਹੋਇਆ। ਪਰਮੇਸ਼ਰ ਨੇ ਕਿਹਾ ਮੈਂ ਤੈਨੂੰ ਇੰਨਾ ਬਲੈਸ ਕੀਤਾ ਤੇ ਹਜੇ ਤੈਨੂੰ ਮੈਂ ਹੋਰ ਵੀ ਬਲੈਸ ਕਰਨ ਵਾਲਾ ਸੀ। ਜੋ ਕੁਝ ਤੈਨੂੰ ਦਿੱਤਾ ਹਜੇ ਇਹ ਜੇ ਤੈਨੂੰ ਲੱਗਦਾ ਕਾਫੀ ਨਹੀਂ, ਮੈਂ ਤਾਂ ਤੈਨੂੰ ਹਜੇ ਸ਼ੁਰੂਆਤ ਕੀਤੀ ਸੀ, ਤੈਨੂੰ ਮੈਂ ਹੋਰ ਬਹੁਤ ਬਲੈਸ ਕਰਨ ਵਾਲਾ ਸੀ, ਪਰ ਤੂੰ ਇਹ ਕੀ ਕੀਤਾ? ਮੇਰੇ ਪਿਆਰਿਓ, ਜਦੋਂ ਸੇਮ ਸਿਚੁਏਸ਼ਨ ਇੱਕ ਵਿਸ਼ਵਾਸੀ ਦੀ ਲਾਈਫ ਦੇ ਵਿੱਚ ਆਉਂਦੀ ਹੈ, ਜਦੋਂ ਉਹ ਬਲੈਸਿੰਗ ਦੀ ਪੀਕ ਤੇ ਹੁੰਦਾ, ਉਦੋਂ ਸ਼ੈਤਾਨ ਉਹਨੂੰ ਭਰਮਾਉਂਦਾ, ਉਹਨੂੰ ਪਾਪ ਦੇ ਵੱਲ ਲੈ ਕੇ ਜਾਂਦਾ। ਉਹ ਟਾਈਮ ਜੋ ਪ੍ਰਾਰਥਨਾ ਕਰਨ ਦਾ ਟਾਈਮ ਹੈ, ਉਹ ਟਾਈਮ ਜੋ ਪਰਮੇਸ਼ਵਰ ਦੀ ਸ਼ੁਕਰਗੁਜ਼ਾਰੀ ਕਰਨ ਦਾ ਟਾਈਮ ਹੈ, ਜਦੋਂ ਇੱਕ ਇਨਸਾਨ ਪੀਕ ਤੇ ਚਲਾ ਜਾਂਦਾ ਆਪਣੀ ਬਲੈਸਿੰਗ ਦੇ, ਫਿਰ ਉਹ ਪਾਪ ਦੇ ਵੱਲ ਖਿੱਚਦਾ, ਫਿਰ ਉਹ ਉਸ ਚੀਜ਼ਾਂ ਵੱਲ ਖਿੱਚਦਾ ਜੋ ਉਹਦੀ ਲਾਈਫ ਦੇ ਵਾਸਤੇ ਨਹੀਂ। ਮੇਰੇ ਪਿਆਰਿਓ, ਦਾਊਦ ਨੇ ਪਾਪ ਕੀਤਾ ਉੱਥੇ, ਨਾ ਸਿਰਫ ਪਾਪ ਕੀਤਾ, ਉਸ ਤੋਂ ਬਾਅਦ ਵੀ ਉਹ ਰੁਕਿਆ ਨਹੀਂ। ਅਸੀਂ ਰੁਕਾਂਗੇ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਮੈਂ ਤੁਹਾਨੂੰ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਗਹਿਰੇ ਭੇਦਾਂ ਨੂੰ ਦੱਸਾਂਗਾ।
ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ 'ਚ। ਅਸੀਂ ਦੇਖ ਰਹੇ ਹਾਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਕਿ ਪਾਪ ਇਨਸਾਨ ਦੀ ਲਾਈਫ 'ਚ ਕਦੋਂ ਐਂਟਰ ਕਰਦਾ, ਤੇ ਜੇ ਉਸ ਪਾਪ ਨੂੰ ਵਕਤ ਰਹਿੰਦਿਆਂ ख़त्म ਨਾ ਕੀਤਾ ਜਾਵੇ ਤਾਂ ਉਹ ਕਿੰਨੀ ਵੱਡੀ ਟਰਬਲ ਨੂੰ ਲੈ ਕੇ ਆਉਂਦਾ। ਮੈਂ ਤੁਹਾਨੂੰ ਦੱਸਿਆ ਦਾਊਦ ਦੀ ਲਾਈਫ ਦੇ ਵਿੱਚ ਉਹ ਇਸ ਤਰ੍ਹਾਂ ਦਾ ਟਾਈਮ ਸੀ ਜਦੋਂ ਉਹ ਲੜਾਈ 'ਚ ਬਿਨਾਂ ਗਏ ਹੀ ਲੜਾਈ ਜਿੱਤ ਜਾਂਦਾ ਸੀ। ਉਸ ਟਾਈਮ ਤੇ ਇੰਨੀ ਪੀਕ ਤੇ ਹੋਣ ਦੇ ਟਾਈਮ ਤੇ ਉਹਨੂੰ ਧੰਨਵਾਦੀ ਹੋਣਾ ਚਾਹੀਦਾ ਸੀ, ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ, ਪ੍ਰਾਰਥਨਾ 'ਚ ਬਣੇ ਰਹਿਣਾ ਚਾਹੀਦਾ ਸੀ। ਪਰ ਬਾਈਬਲ ਕਹਿੰਦੀ ਹੈ ਕਿ ਉਸ ਟਾਈਮ ਤੇ ਉਹਨੇ ਉਹ ਪਾਪ ਕੀਤਾ, ਉਹਨੇ ਆਪਣੇ ਗੁਆਂਢ ਦੇ ਵਿੱਚ ਉਸ ਲੇਡੀ ਨੂੰ ਬੁਲਾ ਕੇ ਉਹਦੇ ਨਾਲ ਗਲਤ ਕੰਮ ਕੀਤਾ। ਤੇ ਬਾਈਬਲ ਦੱਸਦੀ ਹੈ ਕਿ ਜਦੋਂ ਅੱਗੋਂ ਤੁਸੀਂ ਇਹਨੂੰ ਪੜ੍ਹਦੇ ਹੋ 6 ਆਇਤ ਤੋਂ 11 ਆਇਤ ਤੱਕ, ਕਿ ਅੱਗੋਂ ਇਸ ਚੈਪਟਰ ਨੂੰ ਜੋ ਤੁਸੀਂ ਪੜ੍ਹਦੇ ਹੋ ਉੱਥੇ ਲਿਖਿਆ ਕਿ ਜਦੋਂ ਉਸ ਲੇਡੀ ਨੂੰ ਦਾਊਦ ਤੋਂ ਗਰਭ ਠਹਿਰਿਆ, ਉਹਨੇ ਇਹਦੇ ਬਾਰੇ ਰਾਜੇ ਨੂੰ ਦੱਸਿਆ ਤੇ ਦਾਊਦ ਨੇ ਫਿਰ ਇਸ ਪਾਪ ਨੂੰ ਲੁਕਾਉਣ ਲਈ ਹੋਰ ਪਾਪ ਕਰਨੇ ਸ਼ੁਰੂ ਕੀਤੇ। ਦਾਊਦ ਨੇ ਉਹਦੇ ਹਸਬੈਂਡ ਨੂੰ, ਜੋ ਕਿ ਉਹਦੀ ਸੈਨਾ ਦੇ ਵਿੱਚ ਹੀ ਸੀ, ਉਰੀਆ, ਉਹਨੂੰ ਬੁਲਾ ਕੇ ਉਹਦੇ ਘਰੇ ਭੇਜਣਾ ਚਾਹਿਆ ਤਾਂ ਕਿ ਉਹ ਆਪਣੀ ਵਾਈਫ ਨਾਲ ਸੋਏ, ਤਾਂ ਕਿ ਉਹ ਬੱਚਾ ਉਹਦਾ ਹੀ ਨਜ਼ਰ ਆਵੇ। ਪਰ ਉਰੀਆ ਨੇ ਇਸ ਤਰ੍ਹਾਂ ਨਹੀਂ ਕੀਤਾ। ਬਾਈਬਲ ਦੱਸਦੀ ਆ ਉਸ ਟਾਈਮ ਤੇ ਉਸ ਪਾਪ ਨੂੰ ਲੁਕਾਉਣ ਲਈ ਦਾਊਦ ਨੇ ਪਹਿਲਾਂ ਟਰਾਈ ਕੀਤੀ ਕਿ ਉਰੀਆ ਨੂੰ ਘਰੇ ਭੇਜਿਆ ਜਾਵੇ। ਜਦੋਂ ਉਰੀਆ ਨੇ, ਉਸ ਇਨਸਾਨ ਨੇ ਕਿਹਾ ਕਿ ਮੈਂ ਨਹੀਂ ਜਾਵਾਂਗਾ ਕਿਉਂਕਿ ਮੇਰੇ ਨਾਲ ਦੇ ਲੋਕ ਇਸ ਟਾਈਮ ਲੜਾਈ ਦੇ ਵਿੱਚ ਲੜ ਰਹੇ ਆ, ਇਹ ਟਾਈਮ ਨਹੀਂ ਕਿ ਮੈਂ ਘਰੇ ਜਾ ਕੇ ਆਰਾਮ ਕਰਾਂ। ਬਾਈਬਲ ਕਹਿੰਦੀ ਹੈ ਜਦੋਂ ਇਸ ਤਰ੍ਹਾਂ ਹੋ ਗਿਆ ਤਾਂ ਦਾਊਦ ਨੇ ਇਸ ਪਾਪ ਨੂੰ ਲੁਕਾਉਣ ਲਈ ਹੋਰ ਪਾਪ ਕੀਤਾ। ਕੀ ਪਾਪ ਕੀਤਾ? 14 ਆਇਤ 'ਚ ਲਿਖਿਆ, ਅਗਲੀ ਸਵੇਰੇ ਦਾਊਦ ਨੇ ਯੋਆਬ ਦੇ ਲਈ ਇੱਕ ਪੱਤਰ ਲਿਖਿਆ ਅਤੇ ਉਰੀਆ ਦੇ ਰਾਹੀਂ ਉਸ ਕੋਲ ਘੱਲਿਆ। ਉਸ ਨੇ ਯੋਆਬ ਨੂੰ ਲਿਖਿਆ, ਉਰੀਆ ਨੂੰ ਸਭ ਤੋਂ ਅੱਗੇ ਰੱਖ ਜਿੱਥੇ ਖੂਬ ਲੜਾਈ ਹੈ ਰੱਖ, ਅਤੇ ਜਦੋਂ ਲੜਾਈ ਜ਼ੋਰ ਫੜੇ ਤਾਂ ਤੂੰ ਪਿੱਛੇ ਹਟ ਜਾਵੀਂ ਤਾਂ ਜੋ ਉਰੀਆ ਉੱਥੇ ਹੀ ਮਾਰਿਆ ਜਾਵੇ। ਹਾਲੇਲੂਇਆ। ਮੇਰੇ ਪਿਆਰਿਓ, ਦਾਊਦ ਨੇ ਪਹਿਲਾ ਪਾਪ ਕੀਤਾ, ਫਿਰ ਉਸ ਤੋਂ ਬਾਅਦ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਨਹੀਂ ਹੋਇਆ ਤਾਂ ਫਿਰ ਉਹਨੇ ਉਸ ਲੇਡੀ ਦੇ ਹਸਬੈਂਡ ਨੂੰ ਮਰਵਾਉਣ ਦੇ ਬਾਰੇ ਸੋਚਿਆ, ਉਹਨੂੰ ਮਰਵਾ ਦਿੱਤਾ। ਇਹਦਾ ਮਤਲਬ ਉਹਦੀ ਲਾਈਫ ਦੇ ਵਿੱਚ ਪਾਪ ਨਹੀਂ ਸੀ, ਪਰ ਉਹਨੇ ਪਾਪ ਨੂੰ ਜਗ੍ਹਾ ਦਿੱਤੀ। ਪਾਪ ਨੂੰ ਜਗ੍ਹਾ ਦੇਣ ਤੋਂ ਬਾਅਦ ਪਹਿਲੇ ਪਾਪ ਨੂੰ ਲੁਕਾਉਣ ਲਈ ਫਿਰ ਦੂਸਰਾ ਪਾਪ ਕੀਤਾ, ਫਿਰ ਉਹਨੂੰ ਲੁਕਾਉਣ ਲਈ ਤੀਸਰਾ ਪਾਪ ਕੀਤਾ। ਕਰਦੇ ਕਰਦੇ ਉਹ ਮਰਡਰ ਤੱਕ ਪਹੁੰਚ ਗਿਆ। ਛੋਟੇ ਜਿਹੇ ਇੱਕ ਸਿਚੁਏਸ਼ਨ, ਇੱਕ ਛੋਟੇ ਜਿਹੇ ਟਾਈਮ ਨੂੰ ਨਾ ਸਾਂਭਣ ਕਰਕੇ ਦਾਊਦ ਦੀ ਲਾਈਫ ਦੇ ਵਿੱਚ ਕਿੱਡੀ ਵੱਡੀ ਮੁਸੀਬਤ ਉਹਨੇ ਖੁਦ ਮੁੱਲ ਲੈ ਲਈ। ਕਦੋਂ ਇਹ ਹੋਇਆ? ਜਦੋਂ ਉਹ ਪੂਰੀ ਤਰ੍ਹਾਂ ਨਾਲ ਬਲੈਸ ਸੀ। ਮੇਰੇ ਪਿਆਰਿਓ, ਅੱਜ ਸਾਨੂੰ ਇਹ ਲੱਗਦਾ ਕਿ ਸਾਡੀ ਲਾਈਫ ਦੇ ਵਿੱਚ ਇੱਕ ਛੋਟਾ ਜਿਹਾ ਪਾਪ ਹੈ, ਜੇ ਅਸੀਂ ਇਹਨੂੰ ਕਰਦੇ ਰਵਾਂਗੇ ਇਹਦਾ ਕੋਈ ਫਰਕ ਨਹੀਂ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਉਤਪਤੀ ਦੀ ਕਿਤਾਬ ਦੇ ਵਿੱਚ ਲਿਖਿਆ ਇੱਕ ਸੱਪ ਸੀ ਜਿਹਨੇ ਆਦਮ ਤੇ ਹਵਾ ਨੂੰ ਭਰਮਾਇਆ ਤੇ ਪਾਪ ਦੇ ਵਿੱਚ ਸੁੱਟਿਆ। ਇਹੀ ਸੱਪ ਜਦੋਂ ਤੁਸੀਂ ਪ੍ਰਕਾਸ਼ਿਤ ਵਾਕ 'ਚ ਪੜ੍ਹਦੇ ਹੋ ਤਾਂ ਇਹ ਅਜਗਰ ਬਣ ਗਿਆ। ਮੇਰੇ ਪਿਆਰਿਓ, ਤੁਹਾਡੀ ਲਾਈਫ ਦਾ ਇੱਕ ਛੋਟਾ ਜਿਹਾ ਪਾਪ, ਜੇ ਤੁਸੀਂ ਉੱਤੇ ਕੌਂਕਰ ਨਹੀਂ ਕਰੋਗੇ, ਜੇ ਉਹਦੇ ਉੱਤੇ ਤੁਸੀਂ ਜਿੱਤ ਨਹੀਂ ਪਾਓਗੇ, ਇਹ ਤੁਹਾਡੀ ਲਾਈਫ ਦਾ ਅਜਗਰ ਬਣ ਕੇ ਤੁਹਾਨੂੰ ਟਰਬਲ ਦੇ ਸਕਦਾ। ਦਾਊਦ ਨੇ, ਜੋ ਕਿ ਏਡਾ ਵੱਡਾ ਰਾਜਾ ਸੀ, ਜਿਹਨੂੰ ਬਲੈਸਿੰਗ ਦੀ ਕਮੀ ਨਹੀਂ ਸੀ, ਇੱਕ ਪਾਪ ਨੇ ਉਹਦੀ ਲਾਈਫ ਨੂੰ ਚੇਂਜ ਕਰ ਦਿੱਤਾ। ਉਸ ਪਾਪ ਨੂੰ ਲੁਕਾਉਣ ਲਈ ਉਹਨੇ ਦੂਸਰਾ ਪਾਪ ਕੀਤਾ, ਫਿਰ ਤੀਸਰਾ ਪਾਪ ਕੀਤਾ, ਮਰਡਰ ਤੱਕ ਉਹ ਪਾਪ ਉਹਨੂੰ ਲੈ ਗਿਆ। ਤੇ ਬਾਈਬਲ ਦੱਸਦੀ ਹੈ ਪਰਮੇਸ਼ਰ ਨਾਰਾਜ਼ ਹੋਇਆ ਉਹਦੇ ਤੋਂ। ਪਰਮੇਸ਼ਰ ਨੇ ਉਹਦੀਆਂ ਉਹ ਸਭ ਬਲੈਸਿੰਗਸ ਨੂੰ ਡਿਸਕਨੈਕਟ ਕਰ ਦਿੱਤਾ। ਉਹ ਫਿਰ ਉਹੀ ਪਹਾੜਾਂ ਦੇ ਨੰਗੇ ਪੈਰ ਭੱਜਿਆ ਜਿੱਥੋਂ ਉਹ ਨਿਕਲਿਆ ਸੀ। ਉਹ ਪਹਿਲੀ ਸਿਚੁਏਸ਼ਨ ਫਿਰ ਉਹਦੀ ਲਾਈਫ ਦੇ ਵਿੱਚ ਆ ਗਈ। ਉਹ ਪਾਪ ਉਹਦੀ ਲਾਈਫ ਤੇ ਸਦਾ ਬਣਿਆ ਰਿਹਾ। ਪਰਮੇਸ਼ਰ ਨੇ ਕਿਹਾ, ਤੂੰ ਤਾਂ ਇਸ ਲੇਡੀ ਦੇ ਨਾਲ ਲੁੱਕ ਕੇ ਗਲਤ ਕੰਮ ਕੀਤਾ, ਪਰ ਹੁਣ ਤੇਰੀਆਂ ਖੁਦ ਦੀਆਂ ਜਿੰਨੀਆਂ ਤੇਰੀ ਵਾਈਫਸ ਨੇ ਉਹਨਾਂ ਨਾਲ ਸ਼ਰੇਆਮ ਲੋਕ ਗਲਤ ਕੰਮ ਕਰਨਗੇ। ਇਹ ਸ਼ਰਾਬ ਉਹਦੀ ਲਾਈਫ ਦੇ ਵਿੱਚ ਕੰਮ ਕੀਤਾ। ਇਹਦੀ ਵਜ੍ਹਾ ਕੀ ਸੀ? ਜਦੋਂ ਉਹ ਬਲੈਸਿੰਗ ਤੇ ਸੀ, ਪੀਕ ਤੇ ਸੀ, ਉਸ ਟਾਈਮ ਤੇ ਉਹਨੇ ਪਰਮੇਸ਼ਰ ਦੇ ਨਾਲ ਰਹਿਣ ਦੀ ਬਜਾਏ ਉਹਨੇ ਵਰਡਲੀ ਚੀਜ਼ਾਂ ਦੇ ਵਿੱਚ ਜ਼ਿਆਦਾ ਆਪਣੇ ਆਪ ਨੂੰ ਟਾਈਮ ਦਿੱਤਾ। ਹਾਲੇਲੂਇਆ। ਤੇ ਜੇ ਅਸੀਂ ਦੇਖੀਏ ਤਿਮੋਥੀਅਸ ਦੀ ਕਿਤਾਬ, ਪਹਿਲਾ ਤਿਮੋਥੀਅਸ 6 ਅਧਿਆਏ, ਜੇ ਅਸੀਂ ਉਹਦੀ 12 ਆਇਤ ਤੋਂ ਦੇਖੀਏ, ਇੱਥੇ ਪੌਲੁਸ ਤਿਮੋਥੀਅਸ ਨੂੰ ਕੁਝ ਦੱਸ ਰਿਹਾ। ਪੌਲੁਸ ਕਹਿੰਦਾ, ਵਿਸ਼ਵਾਸ ਸੰਬੰਧੀ ਉੱਤਮ ਜੰਗ ਲੜ ਅਤੇ ਅਨੰਤ ਜੀਵਨ ਦਾ ਸਿਹਰਾ ਪ੍ਰਾਪਤ ਕਰ ਲੈ। ਇਸੇ ਦੇ ਲਈ ਤੂੰ ਬੁਲਾਇਆ ਗਿਆ ਹੈ ਅਤੇ ਇਸੇ ਦੀ ਗਵਾਹੀ ਤੂੰ ਵਧੀਆ ਢੰਗ ਨਾਲ ਬਹੁਤੀਆਂ ਗਵਾਹਾਂ ਸਾਹਮਣੇ ਦਿੱਤੀ ਹੈ। ਹੁਣ ਮੈਂ ਉਸ ਪਰਮੇਸ਼ਵਰ ਦੇ ਨਾਂ ਤੇ ਜੋ ਸਭ ਚੀਜ਼ਾਂ ਨੂੰ ਜੀਵਨ ਦਾਨ ਦਿੰਦਾ ਹੈ ਅਤੇ ਮਸੀਹ ਯੀਸ਼ੂ ਦੇ ਨਾਂ ਤੇ ਜਿਸ ਨੇ ਆਪ ਆਪਣੇ ਵਿਸ਼ਵਾਸ ਦੀ ਗਵਾਹੀ ਵਧੀਆ ਢੰਗ ਨਾਲ ਪੈਂਤੀਸ ਪਿਲਾਤੂਸ ਦੇ ਸਾਹਮਣੇ ਦਿੱਤੀ ਸੀ, ਤੈਨੂੰ ਆਗਿਆ ਦਿੰਦਾ ਹਾਂ, ਆਪਣੇ ਸੇਵਾ ਦੇ ਮਿਲੇ ਹੱਕ ਦੀ ਪਾਲਣਾ ਸੱਚੇ ਮਨ ਨਾਲ ਕਰ।
ਇਸ ਨੂੰ ਉਸ ਸਮੇਂ ਤੱਕ ਜਦੋਂ ਤੱਕ ਕਿ ਸਾਡਾ ਪ੍ਰਭੂ ਮਸੀਹ ਦੁਬਾਰਾ ਪ੍ਰਗਟ ਨਾ ਹੋ ਜਾਵੇ ਪੂਰਨ, ਨਿਸ਼ਕਲੰਕ ਅਤੇ ਹਰ ਤਰ੍ਹਾਂ ਦੀ ਨਿੰਦਾ ਤੋਂ ਬਚਾਈ ਰੱਖ। ਆਪਣੇ ਪਵਿੱਤਰ ਮਿੱਥੇ ਸਮੇਂ ਤੇ ਪਰਮੇਸ਼ਵਰ ਉਸ ਨੂੰ ਦੁਬਾਰਾ ਪ੍ਰਗਟ ਕਰਨਗੇ। ਪਰਮੇਸ਼ਵਰ ਧਨ ਹੈ, ਉਹੀ ਕੇਵਲ ਇੱਕਮਾਤਰ ਪਰਮੇਸ਼ਵਰ ਹੈ ਜੋ ਸ਼ਕਤੀਮਾਨ, ਰਾਜਿਆਂ ਦਾ ਰਾਜਾ ਤੇ ਪ੍ਰਭੂਆਂ ਦਾ ਪ੍ਰਭੂ ਹੈ। ਹਾਲੇਲੂਇਆ। ਮੇਰੇ ਪਿਆਰਿਓ, ਇੱਥੇ ਪੌਲੂਸ ਵੀ ਉਹੀ ਗੱਲ ਤਿਮੋਥੀਉਸ ਨੂੰ ਦੱਸ ਰਿਹਾ। ਪੌਲੂਸ ਨੇ ਕਿਹਾ, ਵਿਸ਼ਵਾਸ ਸੰਬੰਧੀ ਉੱਤਮ ਜੰਗ ਲੜ ਅਤੇ ਅਨੰਤ ਜੀਵਨ ਦਾ ਸਿਹਰਾ ਪ੍ਰਾਪਤ ਕਰ ਲੈ। ਮੇਰੇ ਪਿਆਰਿਓ, ਪੌਲੂਸ ਇਸ ਗੱਲ ਨੂੰ ਜਾਣਦਾ ਹੈ ਕਿ ਤਿਮੋਥੀਉਸ ਜੋ ਕਿ ਉਹਦਾ ਇੱਕ ਤਰ੍ਹਾਂ ਨਾਲ ਸਪਿਰਿਚੁਅਲ ਸਨ ਸੀ, ਉਹਦਾ ਇੱਕ ਆਤਮਿਕ ਬੱਚਾ ਸੀ। ਪੌਲੂਸ ਨੇ ਉਹਨੂੰ ਇਹ ਗੱਲ ਕਹੀ ਕਿ ਵਿਸ਼ਵਾਸ ਸੰਬੰਧੀ ਉੱਤਮ ਜੰਗ ਲੜ, ਮਤਲਬ ਇਹ ਲੜਾਈ ਜਿਹੜੀ ਫਿਜ਼ੀਕਲ ਨਹੀਂ, ਸਪਿਰਿਚੁਅਲ ਲੜਾਈ ਹੈ। ਇਹਨੂੰ ਸਮਝ ਤੇ ਇਹਨੂੰ ਲੜ। ਸਪਿਰਿਚੁਅਲ ਲੜਾਈ ਦੇ ਵਿੱਚ ਸਾਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਹੁਣ ਅਸੀਂ ਫਿਜ਼ੀਕਲ ਲੜਾਈਆਂ ਨਹੀਂ ਲੜਦੇ। ਪੁਰਾਣੇ ਟਾਈਮ ਦੇ ਵਿੱਚ ਉਹ ਰਾਜੇ ਲੋਕ ਲੜਾਈਆਂ ਲੜਦੇ ਸੀ, ਪਰ ਹੁਣ ਅਸੀਂ ਸਪਿਰਿਚੁਅਲ ਲੜਾਈ ਦੇ ਵਿੱਚ ਹਾਂ। ਇਫੀਸੀਅੰਸ ਦੀ ਕਿਤਾਬ ਕਹਿੰਦੀ ਹੈ ਕਿ ਸਾਡਾ ਮੱਲ ਯੁੱਧ ਮਾਸ ਤੇ ਲਹੂ ਦੇ ਨਾਲ ਨਹੀਂ, ਪਰ ਅੰਧਕਾਰ ਦੀਆਂ ਸ਼ਕਤੀਆਂ, ਸ਼ੈਤਾਨ ਦੇ ਉਸ ਗੜ੍ਹਾਂ ਦੇ ਨਾਲ ਹੈ। ਮੇਰੇ ਪਿਆਰਿਓ, ਹੁਣ ਸਾਨੂੰ ਫਿਜ਼ੀਕਲੀ ਲੜਨ ਦੀ ਲੋੜ ਨਹੀਂ, ਪਰ ਅੱਜ ਵੀ ਸਾਨੂੰ ਆਤਮਿਕ ਲੜਾਈ ਲੜਨ ਦੀ ਲੋੜ ਹੈ। ਤੁਸੀਂ ਬਲੈਸਡ ਹੋ, ਤੁਸੀਂ ਪਰਮੇਸ਼ਵਰ ਦੇ ਵੱਲੋਂ ਬਹੁਤ ਜ਼ਿਆਦਾ ਆਸ਼ੀਸ਼ਿਤ ਹੋ, ਚੰਗੀ ਗੱਲ ਹੈ। ਪਰ ਕੀ ਉਸ ਬਲੈਸਡ ਟਾਈਮ ਤੇ, ਉਸ ਆਸ਼ੀਸ਼ਿਤ ਟਾਈਮ ਤੇ ਕੀ ਤੁਸੀਂ ਇਸ ਗੱਲ ਨੂੰ ਯਾਦ ਰੱਖਦੇ ਹੋ ਕਿ ਤੁਸੀਂ ਪਰਮੇਸ਼ਵਰ ਦੇ ਡਰ ਤੇ ਉਹਦੇ ਭੈ ਦੇ ਵਿੱਚ ਚੱਲਦੇ ਪਏ ਹੋ? ਜਾਂ ਤੁਸੀਂ ਆਪਣੇ ਚੰਗੇ ਟਾਈਮ ਤੇ ਤੁਸੀਂ ਪਰਮੇਸ਼ਵਰ ਨੂੰ ਸਾਈਡ ਤੇ ਰੱਖ ਕੇ ਪਾਪ ਵੱਲ ਆਪਣੇ ਆਪ ਨੂੰ ਅਟਰੈਕਟ ਕਰਦੇ ਹੋ? ਜੇਕਰ ਤੁਸੀਂ ਅਜਿਹਾ ਕਰ ਰਹੇ ਹੋ, ਬੀ ਅਵੇਅਰ। ਹਾਲੇਲੂਇਆ। ਅਸੀਂ ਰੁਕਾਂਗੇ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਮੈਂ ਤੁਹਾਡੇ ਸਾਰਿਆਂ ਲਈ ਦੁਆ ਕਰਾਂਗਾ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਦੇ ਵਿੱਚ। ਅਸੀਂ ਦੇਖ ਰਹੇ ਹਾਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਕਿ ਕਿਸ ਤਰ੍ਹਾਂ ਪਾਪ ਇਨਸਾਨ ਦੀ ਲਾਈਫ ਦੇ ਵਿੱਚ ਐਂਟਰ ਕਰਦਾ ਤੇ ਕਿਸ ਤਰ੍ਹਾਂ ਉਹ ਪਾਪ ਉਹਦੀ ਲਾਈਫ ਨੂੰ ਡਾਈਵਰਟ ਕਰ ਦਿੰਦਾ, ਜਿਵੇਂ ਦਾਊਦ ਦੀ ਲਾਈਫ ਨੂੰ ਡਾਈਵਰਟ ਕੀਤਾ। ਯਾਕੂਬ ਦੀ ਪੱਤਰੀ ਦੇ ਵਿੱਚ ਲਿਖਿਆ ਕਿ ਦੋ ਤਰ੍ਹਾਂ ਦੇ ਪਾਪ ਨੇ, ਇੱਕ ਪਾਪ ਜੋ ਇਨਸਾਨ ਨੂੰ ਮੌਤ ਤੱਕ ਲੈ ਜਾਂਦਾ ਤੇ ਇੱਕ ਪਾਪ ਜਿਹੜਾ ਮੌਤ ਤੱਕ ਨਹੀਂ ਲੈ ਕੇ ਜਾਂਦਾ। ਹੁਣ ਕਿਹੜਾ ਉਹ ਪਾਪ ਹੈ ਜਿਹੜਾ ਮੌਤ ਤੱਕ ਲੈ ਜਾਂਦਾ ਤੇ ਕਿਹੜਾ ਉਹ ਪਾਪ ਹੈ ਜਿਹੜਾ ਮੌਤ ਤੱਕ ਨਹੀਂ ਲੈ ਕੇ ਜਾਂਦਾ? ਮੇਰੇ ਪਿਆਰਿਓ, ਬਾਈਬਲ ਕਹਿੰਦੀ ਜੋ ਆਪਣੇ ਗੁਨਾਹਾਂ ਨੂੰ ਮੰਨ ਲੈਂਦਾ ਤੇ ਛੱਡ ਦਿੰਦਾ, ਉਹਦੇ ਤੇ ਦਇਆ ਕੀਤੀ ਜਾਂਦੀ ਹੈ, ਉਹਨੂੰ ਮਾਫ ਕੀਤਾ ਜਾਂਦਾ। ਇਹਦਾ ਮਤਲਬ ਜੇ ਪਾਪ ਹੋ ਗਿਆ, ਜੇ ਦਾਊਦ ਉਸ ਟਾਈਮ ਆਪਣੀ ਛੱਤ ਦੇ ਉੱਤੇ ਗਿਆ, ਜੇ ਉਹਨੇ ਉਸ ਲੇਡੀ ਨੂੰ ਦੇਖਣ ਦਾ ਪਾਪ ਕਰ ਲਿਆ ਸੀ, ਉਹਨੂੰ ਰਿਪੈਂਟ ਕਰਨਾ ਚਾਹੀਦਾ ਸੀ। ਉਸੇ ਟਾਈਮ ਉਹਨੂੰ ਨੀਚੇ ਆਉਣਾ ਚਾਹੀਦਾ ਸੀ, ਪ੍ਰਾਰਥਨਾ 'ਚ ਬੈਠਣਾ ਚਾਹੀਦਾ ਸੀ ਤਾਂ ਕਿ ਅਗਲਾ ਪਾਪ ਨਾ ਹੋਵੇ। ਇਹ ਪਾਪ ਜੇ ਉਹਦੇ ਕੋ ਹੋ ਗਿਆ ਸੀ, ਉਹ ਮਾਫੀ ਮੰਗਦਾ, ਉਹ ਮੌਤ ਤੱਕ ਨਾ ਲੈ ਕੇ ਜਾਂਦਾ। ਪਰ ਬਾਈਬਲ ਕਹਿੰਦੀ ਇੱਕ ਅਜਿਹਾ ਪਾਪ ਜਿਹੜਾ ਮੌਤ ਤੱਕ ਲੈ ਜਾਂਦਾ। ਕਿਹੜਾ ਪਾਪ ਸੀ ਉਹ ਪਾਪ ਸੀ ਜਦੋਂ ਦੇਖਣ ਤੋਂ ਬਾਅਦ ਉਹਨੇ ਉਸ ਲੇਡੀ ਨੂੰ ਘਰੇ ਬੁਲਾਇਆ, ਉਹਦੇ ਨਾਲ ਗਲਤ ਕੰਮ ਕੀਤਾ, ਫਿਰ ਉਹਦੇ ਹਸਬੈਂਡ ਨੂੰ ਮਰਵਾ ਦਿੱਤਾ। ਮੇਰੇ ਪਿਆਰਿਓ, ਬਾਈਬਲ ਦੱਸਦੀ ਹੈ ਕਿ ਜਦੋਂ ਅਸੀਂ ਆਪਣੀ ਲਾਈਫ ਦੀ ਪੀਕ ਦੇ ਉੱਤੇ ਹੁੰਨੇ ਆ, ਜਦੋਂ ਡੈਵਲ ਸਾਨੂੰ ਟੱਚ ਨਹੀਂ ਕਰ ਸਕਦਾ, ਫਿਰ ਉਹ ਸਾਨੂੰ ਗਲਤ ਆਫਰਸ ਦਿੰਦਾ ਤਾਂ ਕਿ ਅਸੀਂ ਆਫਰ ਦੇ ਵਿੱਚ, ਟ੍ਰੈਪ ਦੇ ਵਿੱਚ ਫਸ ਜਾਈਏ। ਪੌਲੂਸ ਨੇ ਵੀ ਤਿਮੋਥੀਉਸ ਨੂੰ ਸੇਮ ਗੱਲ ਕਹੀ। ਉਹਨੇ ਕਿਹਾ ਕਿ ਵਿਸ਼ਵਾਸ ਸੰਬੰਧੀ ਉੱਤਮ ਜੰਗ ਲੜ
ਤਾਂ ਕਿ ਅਨੰਤ ਜੀਵਨ ਦਾ ਸਿਹਰਾ ਪ੍ਰਾਪਤ ਕਰ ਲੈ। ਇਸੇ ਦੇ ਲਈ ਤੂੰ ਬੁਲਾਇਆ ਗਿਆ ਹੈ ਤੇ ਇਸੇ ਦੀ ਗਵਾਹੀ ਨੂੰ ਵਧੀਆ ਢੰਗ ਨਾਲ ਬਹੁਤਿਆਂ ਗਵਾਹਾਂ ਸਾਹਮਣੇ ਤੂੰ ਦਿੱਤਾ ਹੈ। ਪੌਲੁਸ ਕਹਿੰਦਾ ਕਿ ਆਪਣੀ ਲਾਈਫ ਨੂੰ ਦੇਖ, ਤੂੰ ਕਿਸ ਲਈ ਬੁਲਾਇਆ ਗਿਆ ਹੈ, ਤੂੰ ਕੀ ਕੰਮ ਕਰਨ ਲਈ ਬੁਲਾਇਆ ਗਿਆ ਹੈ। ਇਹ ਪਾਪ ਤੇਰੀ ਲਾਈਫ ਦੇ ਵਿੱਚ ਤੇਰੀ ਡਾਇਰੈਕਸ਼ਨ ਨੂੰ ਚੇਂਜ ਕਰ ਦੇਗਾ, ਤੇਰੀ ਲਾਈਫ ਨੂੰ ਬਦਲ ਦੇਗਾ, ਤੇਰੀ ਬਲੈਸਿੰਗਸ ਤੋਂ ਤੈਨੂੰ ਕੱਟ ਆਫ ਕਰ ਦੇਗਾ। ਹਾਲੇਲੂਇਆ। ਅੱਗੋਂ ਅਸੀਂ ਜਦੋਂ ਪੜ੍ਹਿਆ, ਮੈਂ ਤੁਹਾਨੂੰ ਦੱਸਿਆ 15 ਆਇਤ ਦੇ ਵਿੱਚ ਲਿਖਿਆ, ਆਪਣੇ ਪਵਿੱਤਰ ਮਿੱਥੇ ਸਮੇਂ ਤੇ ਪਰਮੇਸ਼ਵਰ ਉਸ ਨੂੰ ਦੁਬਾਰਾ ਪ੍ਰਗਟ ਕਰੇਗਾ। ਪਰਮੇਸ਼ਵਰ ਧਨ ਹੈ, ਉਹੀ ਕੇਵਲ ਇੱਕਮਾਤਰ ਪਰਮੇਸ਼ਵਰ ਹੈ ਜੋ ਸ਼ਕਤੀਮਾਨ ਹੈ। ਉਹ ਰਾਜਿਆਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ ਹੈ। ਹਾਲੇਲੂਇਆ। ਹੁਣ ਉਹ ਉਸ ਪਰਮੇਸ਼ਵਰ ਦਾ ਧੰਨਵਾਦ ਕਰ ਰਿਹਾ। ਉਹ ਕਹਿੰਦਾ ਉਹ ਰਾਜਿਆਂ ਦਾ ਰਾਜਾ ਤੇ ਪ੍ਰਭੂਆਂ ਦਾ ਪ੍ਰਭੂ ਹੈ। ਕੌਣ ਨੇ ਉਹ ਰਾਜੇ ਜਿਨ੍ਹਾਂ ਦਾ ਉਹ ਰਾਜਾ? ਕੌਣ ਨੇ ਉਹ ਪ੍ਰਭੂ ਜਿਨ੍ਹਾਂ ਦਾ ਉਹ ਪ੍ਰਭੂ ਹੈ? ਮੇਰੇ ਪਿਆਰਿਓ, ਬਾਈਬਲ ਦੱਸਦੀ ਹੈ ਤੁਸੀਂ ਤੇ ਮੈਂ ਆ, ਅਸੀਂ ਉਹ ਰਾਜੇ ਹਾਂ, ਅਸੀਂ ਉਹ ਪ੍ਰਭੂ ਹਾਂ। ਅਸੀਂ ਆਪਣੀ ਲਾਈਫ ਦੇ ਉੱਤੇ ਪ੍ਰਭੂਤਾ ਕਰਨ ਵਾਲੇ ਹਾਂ। ਅਸੀਂ ਆਪਣੀ ਲਾਈਫ ਦੇ ਰਾਜਾ ਹਾਂ। ਅਸੀਂ ਇਸ ਚੀਜ਼ ਨੂੰ ਡਿਸਾਈਡ ਕਰਦੇ ਹਾਂ ਕਿ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ। ਅਸੀਂ ਇਹ ਡਿਸਾਈਡ ਕਰਦੇ ਹਾਂ ਅਸੀਂ ਕਿਸ ਪਾਸੇ ਜਾਣਾ, ਕਿਸ ਪਾਸੇ ਨਹੀਂ ਜਾਣਾ। ਸਾਡੀ ਪ੍ਰਭੂਤਾ ਇਹਦੇ ਉੱਤੇ ਆ, ਸਾਡਾ ਕੰਟਰੋਲ ਇਹਦੇ ਉੱਤੇ ਆ। ਅਸੀਂ ਆਪਣੀ ਲਾਈਫ ਤੇ ਲਾਈਫ ਸਟਾਈਲ ਦੇ ਰਾਜੇ ਹਾਂ ਤੇ ਸਾਡੇ ਇਸ ਰਾਜੇ ਦਾ ਉਹ ਯਾਨੀ ਕਿ ਯਿਸੂ ਮਸੀਹ ਉਹ ਇਸ ਰਾਜਿਆਂ ਦਾ ਰਾਜਾ ਹੈ। ਜੇ ਅਸੀਂ ਆਪਣੀ ਲਾਈਫ ਨੂੰ ਪਰਮੇਸ਼ਵਰ ਦੇ ਡਰ ਦੇ ਵਿੱਚ, ਉਹਦੇ ਭੈ ਦੇ ਵਿੱਚ, ਉਸ ਬਲੈਸਿੰਗ ਦੇ ਟਾਈਮ 'ਚ ਵੀ ਸ਼ੁਕਰਗੁਜ਼ਾਰੀ ਦੇ ਵਿੱਚ ਹੋ ਕੇ ਚੱਲਦੇ ਹਾਂ, ਪਰਮੇਸ਼ਵਰ ਇਸ ਰਾਜਿਆਂ ਨੂੰ, ਜਿਹਦਾ ਉਹ ਰਾਜਾ, ਉਹਨੂੰ ਹੋਰ ਬਹੁਤਾਇਤ ਨਾਲ ਬਲੈਸ ਕਰਨ ਵਾਲਾ ਪਰਮੇਸ਼ਵਰ ਹੈ। ਪਰ ਜਦੋਂ ਅਸੀਂ ਇੱਕ ਵਾਰ ਪਾਪ ਦੇ ਵੱਲ ਫਸ ਕੇ ਉਹਦੇ ਵੱਲ ਖਿੱਚੇ ਚਲੇ ਜਾਂਦੇ ਹਾਂ, ਅਸੀਂ ਇੱਕ ਪਾਪ ਨੂੰ ਲੁਕਾਉਣ ਲਈ ਦੂਸਰੇ ਨੂੰ ਲੁਕਾਉਣ ਲਈ ਤੀਸਰਾ ਪਾਪ ਕਰਦੇ ਹਾਂ। ਬਾਈਬਲ ਦੱਸਦੀ ਹੈ ਪਾਪ ਦੀ ਇੱਕ ਮਜ਼ਦੂਰੀ ਹੈ। ਮਜ਼ਦੂਰੀ ਮਿਲਦੀ ਜ਼ਰੂਰ ਹੈ, ਚਾਹੇ ਉਹ ਹਰ ਹਫਤੇ ਮਿਲੇ, 2 ਹਫ਼ਤੇ ਬਾਅਦ ਮਿਲੇ, ਮਹੀਨੇ ਬਾਅਦ ਮਿਲੇ ਜਾਂ ਸਾਲ ਬਾਅਦ ਮਿਲੇ, ਮਜ਼ਦੂਰੀ ਮਿਲਦੀ ਜ਼ਰੂਰ ਹੈ। ਮੇਰੇ ਪਿਆਰਿਓ, ਪਾਪ ਦੀ ਮਜ਼ਦੂਰੀ ਮੌਤ ਹੈ। ਉਹ ਮੌਤ ਰਿਲੇਸ਼ਨ ਦਾ ਹੋ ਸਕਦਾ, ਉਹ ਮੌਤ ਫਾਈਨੈਂਸ ਦਾ ਹੋ ਸਕਦੀ ਹੈ, ਉਹ ਮੌਤ ਤੁਹਾਡੀ ਕਿਸੇ ਵੀ ਫਿਜ਼ੀਕਲ ਜਾਂ ਫਾਈਨੈਂਸ਼ੀਅਲੀ, ਮੈਂਟਲੀ ਕਿਸੇ ਵੀ ਤਰ੍ਹਾਂ ਨਾਲ ਹੋ ਸਕਦੀ ਹੈ। ਇਸ ਮੌਤ ਤੋਂ ਬਚਣ ਦੇ ਵਾਸਤੇ ਸਾਨੂੰ ਜ਼ਰੂਰੀ ਹੈ ਕਿ ਅਸੀਂ ਆਪਣੇ ਬਲੈਸਡ ਟਾਈਮ ਦੇ ਉੱਤੇ ਪਰਮੇਸ਼ਰ ਦੇ ਭੈ ਦੇ ਵਿੱਚ ਚੱਲੀਏ। ਅਸੀਂ ਬਲੈਸਡ ਟਾਈਮ ਤੇ ਜਦੋਂ ਹੁੰਨੇ ਆ, ਜੋ ਸਾਨੂੰ ਲੱਗਦਾ ਸਭ ਕੁਝ ਸਹੀ ਹੈ, ਅਸੀਂ ਹੋਰ ਜ਼ਿਆਦਾ ਕੰਸਰਨ ਪਰਮੇਸ਼ਰ ਤੇ ਉਹਦੇ ਕਲਾਮ ਦੇ ਉੱਤੇ ਦੇਈਏ। ਹਾਲੇਲੂਇਆ। ਬਹੁਤ ਵਾਰ ਅਸੀਂ ਪਰਮੇਸ਼ਰ ਕੋਲ ਉਦੋਂ ਜਾਂਦੇ ਹਾਂ ਜੋ ਸਾਨੂੰ ਲੱਗਦਾ ਕਿ ਚੀਜ਼ਾਂ ਖਰਾਬ ਨੇ, ਅਸੀਂ ਟਰਬਲ ਦੇ ਵਿੱਚ ਫਸ ਗਏ। ਪਰ ਮੇਰੇ ਪਿਆਰੇ, ਉਹ ਸਹੀ ਨਹੀਂ। ਪਰਮੇਸ਼ਰ, ਬਾਈਬਲ ਕਹਿੰਦੀ, ਉਹਨੂੰ ਉਦੋਂ ਤੱਕ ਪੁਕਾਰ ਜਦ ਤੱਕ ਉਹ ਮਿਲ ਸਕਦਾ। ਇਹਦਾ ਮਤਲਬ ਹਜੇ ਉਹ ਟਾਈਮ ਹੈ, ਅਸੀਂ ਪਰਮੇਸ਼ਰ ਨੂੰ ਪੁਕਾਰ ਸਕਦੇ ਹਾਂ, ਪਰਮੇਸ਼ਰ ਨੂੰ ਬੁਲਾ ਸਕਦੇ ਹਾਂ, ਉਹਨੂੰ ਲੱਭ ਸਕਦੇ ਹਾਂ। ਉਹ ਟਾਈਮ ਆਏਗਾ, ਅਸੀਂ ਦੇਖਾਂਗੇ ਕਿ ਲੋਕ ਕਹਿਣਗੇ ਕਿ ਪਰਮੇਸ਼ਰ ਸਾਨੂੰ ਛੁਡਾ, ਪਰ ਉਹ ਕੋਈ ਉੱਤਰ ਨਹੀਂ ਦੇਗਾ। ਅਸੀਂ ਗ੍ਰੇਸ ਪੀਰੀਅਡ 'ਚ ਜੀ ਰਹੇ ਹਾਂ। ਜੇ ਤੁਸੀਂ ਵੀ ਅੱਜ ਤੋਂ ਪਹਿਲਾਂ ਤੁਸੀਂ ਕਿਸੇ ਐਸੇ ਛੋਟੇ ਜਾਂ ਵੱਡੇ ਪਾਪ ਦੇ ਵਿੱਚ ਫਸੇ ਹੋਏ ਹੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਬਾਈਬਲ ਦੱਸਦੀ ਹੈ ਯਿਸੂ ਮਸੀਹ ਨੇ ਸਾਡੇ ਪਾਪਾਂ ਤੋਂ ਛੁਡਾਉਣ ਲਈ ਆਪਣੇ ਲਹੂ ਨੂੰ ਬਹਾਇਆ, ਸਾਨੂੰ ਬਿਮਾਰੀਆਂ ਤੋਂ ਛੁਡਾਉਣ ਲਈ ਕੋੜਿਆਂ ਨੂੰ ਖਾਧਾ। ਅਸੀਂ ਵੀ ਜੇ ਵਿਸ਼ਵਾਸ ਕਰਦੇ ਹਾਂ ਯਿਸੂ ਮਸੀਹ ਸਾਡੇ ਲਈ ਮਰ ਗਏ, ਗੱਡੇ ਗਏ ਤੇ ਤੀਸਰੇ ਦਿਨ ਮੁਰਦਿਆਂ ਤੋਂ ਜੀ ਉੱਠੇ, ਅਸੀਂ ਪਾਪ ਦੀ ਪ੍ਰਭੂਤਾ ਤੋਂ ਛੁੱਟ ਸਕਦੇ ਹਾਂ। ਮੈਨੂੰ ਪਤਾ ਹੈ ਆਪਣੇ ਆਪ ਤੋਂ ਇਹ ਬਹੁਤ ਮੁਸ਼ਕਲ ਹੈ। ਆਪਣੇ ਆਪ ਤੋਂ ਕਿਸੇ ਅਜਿਹੀ ਪਾਪ ਤੋਂ ਛੁੱਟਣਾ ਬਹੁਤ ਔਖਾ, ਅਜਿਹੀ ਆਦਤ ਤੋਂ ਛੁੱਟਣਾ ਬਹੁਤ ਔਖਾ। ਪਰ ਜਦੋਂ ਅਸੀਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ, ਯਿਸੂ ਮਸੀਹ ਦੇ ਨਾਮ ਦੇ ਵਿੱਚ ਬੈਠ ਕੇ ਤੁਸੀਂ ਵੀ ਜਦੋਂ ਇਸ ਚੀਜ਼ ਨੂੰ ਆਪਣੀ ਕਨਫੈਸ਼ਨ ਦੇ ਵਿੱਚ ਲੈ ਕੇ ਆਓਗੇ ਕਿ ਪਰਮੇਸ਼ਰ ਮੈਂ ਇਸ ਪਾਪ ਤੋਂ ਛੁੱਟਣਾ ਚਾਹੁੰਦਾ ਜਾਂ ਛੁੱਟਣਾ ਚਾਹੁੰਦੀ ਹਾਂ, ਪਰਮੇਸ਼ਰ ਤੁਹਾਨੂੰ ਉਹ ਗ੍ਰੇਸ ਦੇਣਗੇ ਕਿ ਉਹ ਪਾਪ ਤੁਹਾਡੀ ਲਾਈਫ ਤੋਂ ਡਿਸਕਨੈਕਟ ਹੋਏਗਾ। ਪਰ ਜੇ ਤੁਸੀਂ ਆਪਣੇ ਪਾਪ ਨੂੰ ਇੰਜੋਏ ਕਰਦੇ ਰਹੋਗੇ, ਇੱਕ ਟਾਈਮ ਆਏਗਾ ਜਦੋਂ ਉਸ ਪਾਪ ਦੀ ਮਜ਼ਦੂਰੀ ਮਿਲਣਾ ਸ਼ੁਰੂ ਹੋਏਗੀ, ਵੇਜਸ ਮਿਲਣਾ ਸ਼ੁਰੂ ਹੋਣਗੀਆਂ। ਫਿਰ ਜੇ ਤੁਸੀਂ ਕਹੋਗੇ ਵੀ ਕਿ ਮੈਨੂੰ ਇਹ ਨਹੀਂ ਲੈਣੀ, ਉਹ ਤੁਹਾਨੂੰ ਲੈਣੀ ਪਏਗੀ। ਜੇ ਤੁਸੀਂ ਇੱਕ ਆਰਡਰ ਕਰ ਦਿੱਤਾ, ਪੇ ਕਰ ਦਿੱਤਾ, ਉਹ ਤੁਹਾਨੂੰ ਡਿਲੀਵਰ ਹੋਏਗਾ ਹੀ ਹੋਏਗਾ। ਫਿਰ ਤੁਸੀਂ ਚਾਹ ਕੇ ਵੀ ਉਹਨੂੰ ਰੋਕ ਨਹੀਂ ਸਕਦੇ। ਹਾਲੇਲੂਇਆ। ਮੇਰੇ ਪਿਆਰਿਓ, ਦਾਊਦ ਨੇ ਜਦੋਂ ਬਲੈਸ ਟਾਈਮ ਸੀ, ਉਸ ਟਾਈਮ ਉਹਨੇ ਪਾਪ ਕੀਤਾ। ਅੱਜ ਬਹੁਤ ਸਾਰੇ ਅਜਿਹੇ ਲੋਕ ਮੈਨੂੰ ਦੇਖ ਰਹੇ ਨੇ ਜਿਹੜੇ ਬਲੈਸਡ ਟਾਈਮ ਤੇ ਨੇ, ਜਿਹੜੇ ਆਪਣੀ ਲਾਈਫ ਦੇ ਪੀਕ ਤੇ ਨੇ, ਪਰ ਉਹਨਾਂ ਦੀ ਲਾਈਫ ਦੇ ਵਿੱਚ ਪਾਪ ਇੱਕ ਦਸਤਕ ਦੇ ਰਿਹਾ, ਪਾਪ ਉਹਨਾਂ ਨੂੰ ਅਟਰੈਕਟ ਕਰ ਰਿਹਾ। ਮੇਰੇ ਪਿਆਰਿਓ, ਇਹ ਟਾਈਮ ਨਹੀਂ ਕਿ ਤੁਸੀਂ ਉਸ ਪਾਪ ਵੱਲ ਅਟਰੈਕਟ ਹੋ। ਇਹ ਟਾਈਮ ਹੈ ਜਦੋਂ ਤੁਸੀਂ ਹੋਰ ਪਰਮੇਸ਼ਰ ਦੇ ਧੰਨਵਾਦੀ ਤੇ ਸ਼ੁਕਰਗੁਜ਼ਾਰੀ ਚਲੇ ਜਾਓ, ਤਾਂ ਕਿ ਪਰਮੇਸ਼ਰ ਤੁਹਾਨੂੰ ਸਹੀ ਗਾਈਡੈਂਸ ਦੇ ਸਕਣ। ਹਾਲੇਲੂਇਆ। ਆਓ ਅਸੀਂ ਆਪਣੀ ਅੱਖਾਂ ਨੂੰ ਬੰਦ ਕਰਾਂਗੇ, ਆਪਣੇ ਸਿਰਾਂ ਨੂੰ ਝੁਕਾਵਾਂਗੇ। ਆਓ ਮੈਂ ਤੁਹਾਡੇ ਸਾਰਿਆਂ ਲਈ ਦੁਆ ਕਰਾਂਗਾ।
ਸਰਵਸ਼ਕਤੀਮਾਨ ਪਰਮੇਸ਼ਵਰ ਯਿਸੂ ਮਸੀਹ ਨਾਸਰੀ ਧੰਨਵਾਦ ਕਰਦੇ ਹਾਂ ਤੁਹਾਡਾ। ਤੁਸੀਂ ਦਇਆ ਕਰਨ ਵਾਲੇ ਪਰਮੇਸ਼ਵਰ ਹੋ। ਇਸ ਵਕਤ ਖੁਦਾਵੰਦ ਮੈਂ ਆਪਣੇ ਸੁਣਨ ਵਾਲੇ ਹਰ ਇੱਕ ਬੱਚੇ, ਬਜ਼ੁਰਗ, ਭਰਾ, ਭੈਣ ਨੂੰ ਤੁਹਾਡੇ ਸਾਹਮਣੇ ਲੈ ਕੇ ਆਨਾ। ਖੁਦਾਵੰਦ ਜਿਵੇਂ ਅੱਜ ਦੇ ਵਚਨਾਂ ਦੇ ਵਿੱਚੋਂ ਇਹਨਾਂ ਨੂੰ ਦੱਸ ਦਿੱਤਾ ਗਿਆ ਕਿ ਕਿਸ ਤਰ੍ਹਾਂ ਪਾਪ ਲਾਈਫ ਦੇ ਵਿੱਚ ਕੰਮ ਕਰਦਾ ਹੈ। ਜਦੋਂ ਅਸੀਂ ਬਲੈਸਡ ਹੁੰਨੇ ਆ ਉਸ ਟਾਈਮ ਸ਼ੈਤਾਨ ਟਰਾਈ ਕਰਦਾ ਹੈ ਕਿ ਉਹ ਭਰਮਾਅ ਵਿੱਚ ਲੈ ਕੇ ਆਵੇ। ਅੱਜ ਜਦੋਂ ਇਹ ਕਲਾਮ ਇਹਨਾਂ ਨੇ ਸੁਣਿਆ, ਇਹ ਲੋਕ ਖੁਦਾਵੰਦ ਤੇਰੇ ਲੋਕ ਤੇਰੀ ਆਵਾਜ਼ ਨੂੰ ਸੁਣਨ ਤੇ ਅਵੇਅਰ ਹੋ ਜਾਣ, ਪਾਪ ਦੇ ਉਸ ਪ੍ਰਭੁਤਾ ਤੋਂ ਛੁੱਟ ਜਾਣ। ਜੇ ਕੋਈ ਵੀ ਐਸਾ ਇਨਸਾਨ ਹੈ ਖੁਦਾਵੰਦ ਜੋ ਆਪਣੇ ਪਾਪ ਦੇ ਵਿੱਚ ਫਸਿਆ ਹੋਇਆ ਨਹੀਂ ਛੁੱਟ ਪਾ ਰਿਹਾ, ਯੀਸ਼ੂ ਮਸੀਹ ਦੇ ਨਾਮ 'ਚ ਮੈਂ ਤੁਹਾਡਾ ਦਾਸ ਹੋਣ ਦੇ ਨਾਤੇ ਉਹਦੇ ਸਾਰੇ ਬੰਧਨਾਂ ਨੂੰ ਤੋੜਦਾ ਖੁਦਾਵੰਦ। ਪਿਤਾ ਪਰਮੇਸ਼ਰ ਇਹ ਪਾਪ ਦੀ ਹਰ ਇੱਕ ਪ੍ਰਭੁਤਾ ਤੋਂ ਛੁੱਟ ਜਾਣ, ਆਜ਼ਾਦ ਹੋਣ, ਆਪਣੀਆਂ ਐਡਿਕਸ਼ਨਸ ਤੋਂ ਛੁੱਟਣ, ਇਹਨਾਂ ਦੀਆਂ ਜ਼ਿੰਦਗੀਆਂ ਸੇਮ ਨਾ ਰਹਿਣ। ਮਹਾਨ ਪਰਮੇਸ਼ਰ ਤੈਨੂੰ ਆਪਣਾ ਮੁਕਤੀਦਾਤਾ ਉਧਾਰਕਰਤਾ ਗ੍ਰਹਿਣ ਕਰਨ ਤਾਂ ਕਿ ਇਹਨਾਂ ਦੀ ਲਾਈਫ 100 ਗੁਣਾ ਫਲਾਂ ਨੂੰ ਲੈ ਕੇ ਆਵੇ। ਖੁਦਾਵੰਦ ਮੈਂ ਇੱਕ ਵਾਰ ਫਿਰ ਤੋਂ ਇਹਨਾਂ ਨੂੰ ਬਲੈਸ ਕਰਦਾ। ਜੇ ਕੋਈ ਬਿਮਾਰ ਹੈ ਯੀਸ਼ੂ ਮਸੀਹ ਦੇ ਸਮਰਥੀ ਨਾਮ 'ਚ ਮੈਨੂੰ ਹੀਲ ਹੋਣ ਲਈ ਮੰਗਦਾ। ਸਾਰੀ ਬਿਮਾਰੀ, ਕਮਜ਼ੋਰੀ, ਸਾਰੀ ਸੁਸਤੀ, ਲਾਪਰਵਾਹੀ ਚਲੀ ਜਾਏ ਤੇ ਤੇਰੇ ਨਾਮ ਦੇ ਵਿੱਚ ਲੋਕ ਬਲੈਸਡ ਹੋਣ। ਇਨ ਜੀਸਸ ਮਾਈਟੀ ਨੇਮ ਵੀ ਪ੍ਰੇ, ਆਮੇਨ, ਆਮੇਨ, ਹਾਲੇਲੂਇਆ। ਤੋ ਮੇਰਾ ਇਹ ਵਿਸ਼ਵਾਸ ਹੈ ਕਿ ਤੁਸੀਂ ਅੱਜ ਦੇ ਵਚਨ ਤੋਂ ਬਰਕਤ ਪਾਈ ਹੈ। ਤੇ ਜੇ ਤੁਸੀਂ ਇਹਨਾਂ ਵਚਨਾਂ ਨੂੰ ਫਿਰ ਤੋਂ ਸੁਣਨਾ ਚਾਹੁੰਦੇ ਹੋ, ਤੁਸੀਂ ਸਾਡੇ YouTube ਚੈਨਲ ਏਸ਼ੀਅਨ ਚਰਚ ਆਫ ਕ੍ਰਾਈਸਟ ਵੈਂਕੂਵਰ ਵਿੱਚ ਤੇ ਜਾ ਕੇ ਡੇਟ ਵਾਈਜ਼ ਸਰਚ ਕਰਕੇ ਇਹਨਾਂ ਪ੍ਰੋਗਰਾਮਸ ਨੂੰ ਫਿਰ ਤੋਂ ਸੁਣ ਸਕਦੇ ਹੋ। ਤੁਸੀਂ TV ਦੇ ਮਾਧਿਅਮ ਨਾਲ, ਰੇਡੀਓ ਦੇ ਮਾਧਿਅਮ ਨਾਲ, YouTube, ਸੋਸ਼ਲ ਮੀਡੀਆ ਦੇ ਅਲੱਗ-ਅਲੱਗ ਮਾਧਿਅਮ ਨਾਲ ਇਹਨਾਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਜੇ ਤੁਸੀਂ ਚਰਚ ਦੇ ਵਿੱਚ ਆ ਕੇ ਸਭਾ ਅਟੈਂਡ ਕਰਨਾ ਚਾਹੁੰਦੇ ਹੋ, ਹਰ ਇਤਵਾਰ ਦੁਪਹਿਰੇ 1 ਵਜੇ ਅਸੀਂ ਪਰਮੇਸ਼ਰ ਦੇ ਭਵਨ ਦੇ ਵਿੱਚ ਮਿਲਦੇ ਹਾਂ। ਐਡਰੈਸ ਤੁਹਾਡੀ ਸਕਰੀਨ ਤੇ ਦਿੱਤਾ ਗਿਆ। ਜੇ ਤੁਹਾਡੀ ਕੋਈ ਵੀ ਪ੍ਰੇਅਰ ਰਿਕੁਐਸਟ ਹੈ, ਕੋਈ ਕੁਐਸਚਨ ਹੈ, ਤਾਂ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਅਸੀਂ ਮਿਲ ਕੇ ਦੁਆ ਕਰਾਂਗੇ, ਤੁਹਾਡੀ ਜ਼ਿੰਦਗੀ ਸੇਮ ਨਹੀਂ ਰਹੇਗੀ। ਅਸੀਂ ਫਿਰ ਮਿਲਾਂਗੇ ਪਰਮੇਸ਼ਰ ਦੀ ਹਜ਼ੂਰੀ 'ਚ। ਗॉड ਬlesਸ ਯੂ ਆਲ। ਦੁਨੀਆ 'ਚ ਤੈਨੂੰ ਜੇ ਚੈਨ ਨਹੀਂ ਲੱਗਦਾ, ਯੀਸ਼ੂ ਕੋਲ ਆਵੇਂ ਤੇ ਚੰਗਾ ਏ। ਦੁਨੀਆ 'ਚ ਤੈਨੂੰ ਜੇ